ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 286 ਤੋਂ ਲੈ ਕੇ 288 ਤੱਕ ਸਵੈਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਇਹ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਹੈ ਜੀ। ਪਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਰੋਜ਼ ਬਾਣੀ ਦੀ ਵਿਚਾਰ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਸੱਤਿਆ ਪਾ ਰਹੇ ਨੇ, ਬਾਣੀ ਦੀ ਵਿਚਾਰ ਹੋ ਰਹੀ ਆ, ਸੰਗਤ ਸੁਣ ਰਹੀ ਆ, ਬਹੁਤ ਆਨੰਦ ਹੈ। ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੀ ਕਿਰਪਾ ਕਰੀ ਰੱਖਣ। ਸਤਿ ਕਰਤਾਰ ਪਿਤਾ ਜੀ, ਵਾਹਿਗੁਰੂ ਜੀ। ਸ਼ਲੋਕ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਿਸ ਨੇ ਕਹਿੰਦੇ ਉਸ ਸਤਿਪੁਰਖ ਵਰਤਿਆ ਗਿਆ ਹੈ ਪਰਮਾਤਮਾ ਲਈ। ਜਿਸ ਨੇ ਕਹਿੰਦੇ ਉਸ ਪਰਮਾਤਮਾ ਨਾਲ ਸਾਂਝ ਪਾ ਲਈ, ਕਹਿੰਦੇ ਉਹਦਾ ਨਾਂ ਸਤਿਗੁਰੂ ਹੈ। ਸਤਿਗੁਰੂ ਨੇ ਪ੍ਰਭੂ ਦੇ ਨਾਲ ਸਾਂਝ ਪਾਈ ਹੈ। ਕਹਿੰਦੇ ਉਸ ਸਤਿਗੁਰ ਦੀ ਜੇ ਸਿੱਖ ਸੰਗਤ ਕਰਦਾ, ਕਹਿੰਦੇ ਫਿਰ ਉਹਦਾ ਸਿੱਖ ਦਾ ਉਧਾਰ ਹੋ ਜਾਂਦਾ। ਨਾਨਕ ਜੀ ਕਹਿੰਦੇ ਨੇ ਉਸ ਸਤਿਗੁਰ ਦੀ ਸੰਗਤ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਗੁਣ ਗਾਓ। ਕਹਿੰਦੇ ਸਿੱਖ ਨੂੰ ਇਹ ਮੱਤ ਦੇ ਰਹੇ ਨੇ। ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਿਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਕਹਿੰਦੇ ਸਤਿਗੁਰ ਆਪਣੇ ਸਿੱਖ ਦੀ ਰੱਖਿਆ ਕਰਦਾ ਹੈ ਤੇ ਕਹਿੰਦੇ ਗੁਰੂ ਆਪਣੇ ਸੇਵਕ ਤੇ ਸਦਾ ਹੀ ਦਿਆਲ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਕਹਿੰਦੇ ਗੁਰੂ ਆਪਣੇ ਸਿੱਖ ਦੀ ਮਾੜੀ ਬੁੱਧੀ ਨੂੰ ਖਤਮ ਕਰ ਦਿੰਦਾ ਹੈ ਤੇ ਗੁਰੂ ਦੇ ਬਚਨਾਂ ਤੇ ਚੱਲ ਕੇ ਸਿੱਖ ਪਰਮਾਤਮਾ ਦਾ ਨਾਮ ਲੈਂਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਕਹਿੰਦੇ ਸਤਿਗੁਰੂ ਆਪਣੇ ਸਿੱਖ ਦੇ ਵਿਕਾਰਾਂ ਦੇ ਬੰਧਨ ਕੱਟ ਜਾਂਦਾ ਤੇ ਇਸ ਤਰ੍ਹਾਂ ਮਾਇਆ ਦੇ ਬੰਧਨ ਕੱਟੇ ਜਾਂਦੇ ਨੇ ਤੇ ਵਿਕਾਰਾਂ ਦੇ ਬੰਧਨ ਸਿੱਖ ਦੇ ਕੱਟ ਹੋ ਜਾਂਦੇ ਨੇ। ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਕਹਿੰਦੇ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ। ਕਹਿੰਦੇ ਸਤਿਗੁਰੂ ਆਪਣੇ ਸਿੱਖ ਨੂੰ ਵਾਹਿਗੁਰੂ ਜੀ ਦਾ ਨਾਮ ਧਨ ਦਾਤ ਦਿੰਦਾ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਕਹਿੰਦੇ ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਲਹੇਲਾ ਕਰ ਦਿੰਦਾ ਹੈ ਤੇ ਸਤਿਗੁਰੂ ਹਮੇਸ਼ਾ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਲਾ ਕੇ ਰੱਖਦਾ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਜਿਹੜਾ ਸੇਵਕ ਗੁਰੂ ਦੇ ਦਰ ਤੇ ਗੁਰੂ ਦੀ ਸਿੱਖਿਆ ਪਾਉਣ ਲਈ, ਉਪਦੇਸ਼ ਪਾਉਣ ਲਈ, ਨਾਮ ਜਪਣ ਲਈ ਰਹਿੰਦਾ ਹੈ, ਉਹ ਹਮੇਸ਼ਾ ਗੁਰੂ ਦੇ ਹੁਕਮ ਦੇ ਵਿੱਚ ਰਹਿੰਦਾ ਹੈ। ਆਪਸ ਕੋ ਕਰ ਕਛੂ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਉਹ ਸਿੱਖ ਆਪਾ ਭਾਵ ਨਹੀਂ ਜਤਾਉਂਦਾ ਹੈਗਾ, ਆਪਣੇ ਨੂੰ ਵੱਡਾ ਨਹੀਂ ਕਰਕੇ ਦਿਖਾਉਂਦਾ ਹੈਗਾ ਤੇ ਹਮੇਸ਼ਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਧਿਆਉਂਦਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕਹਿੰਦੇ ਜਿਹੜਾ ਸੇਵਕ ਆਪਣੇ ਸਤਿਗੁਰੂ ਦੇ ਅੱਗੇ ਆਪਣਾ ਮਨ ਅਰਪਣ ਕਰ ਦਿੰਦਾ ਹੈ, ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਸੇਵਕ ਫਿਰ ਆਪਣੇ ਸਤਿਗੁਰ ਦੀ ਸੇਵਾ ਕਰਦਾ ਹੈ ਪਰ ਬਿਨਾਂ ਕਿਸੇ ਫਲ ਦੀ ਇੱਛਾ ਰੱਖੇ, ਕਹਿੰਦੇ ਉਹਨੂੰ ਫਿਰ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਕਹਿੰਦੇ ਜਿਸ ਜੀਵ ਤੇ ਪਰਮਾਤਮਾ ਆਪ ਕਿਰਪਾ ਕਰਦਾ, ਨਾਨਕ ਜੀ ਕਹਿੰਦੇ
ਉਹ ਸੇਵਕ ਕਹਿੰਦੇ ਫਿਰ ਗੁਰੂ ਦੀ ਮੱਤ ਤੇ ਚੱਲਦਾ ਹੈ, ਆਪਣੀ ਮੱਤ ਤਿਆਗ ਦਿੰਦਾ ਹੈ। 20 ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਕਹਿੰਦੇ ਜਿਹੜਾ ਸੇਵਕ ਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਆ ਜਾਂਦਾ, 20 ਵਿਸਵੇ ਹੁੰਦਾ ਵੀ ਪੂਰਾ 20 ਵਿਸਵਿਆਂ ਦਾ ਕਹਿੰਦੇ ਇੱਕ ਵਿੱਘਾ ਹੁੰਦਾ, ਇਹਦਾ ਮਤਲਬ 20 ਵਿਸਵੇ ਵੀ ਪੂਰਾ ਜਿਹਦੇ ਭਰੋਸਾ ਸੇਵਕ ਨੂੰ ਗੁਰੂ ਤੇ ਆ ਜਾਂਦਾ, ਉਹ ਕਹਿੰਦੇ ਫਿਰ ਪਰਮੇਸ਼ਰ ਦੀ ਪਰਮਾਤਮਾ ਦੀ ਅਵਸਥਾ ਜਾਣਨ ਵਾਲਾ ਬਣ ਜਾਂਦਾ ਸੇਵਕ। ਸੋ ਸਤ ਗੁਰ ਜਿਸ ਹਿਰਦੈ ਹਰਿ ਨਾਉ, ਅਨੇਕ ਬਾਰ ਗੁਰ ਕੋ ਬਲ ਜਾਓ। ਕਹਿੰਦੇ ਮੈਂ ਆਪਣੇ ਉਸ ਗੁਰੂ ਤੋਂ ਬਾਰ ਬਲਿਹਾਰੇ ਜਾਣਾ। ਕਹਿੰਦੇ ਉਹ ਗੁਰੂ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ। ਸਰਵ ਨਿਧਾਨ ਜੀ ਕਾ ਦਾਤਾ, 8 ਪਹਿਰ ਪਾਰ ਬ੍ਰਹਮ ਰੰਗ ਰਾਤਾ। ਕਹਿੰਦੇ ਉਹ ਸਤਿਗੁਰੂ ਸਾਰੇ ਖਜ਼ਾਨਿਆਂ ਦਾ ਕਹਿੰਦੇ ਜਿੰਦ ਦਾ ਦਾਤਾ ਬਣ ਜਾਂਦਾ। ਕਹਿੰਦੇ ਉਹ ਪਰਮਾਤਮਾ ਦੇ ਰੰਗ ਵਿੱਚ 8 ਪਹਿਰ ਰੰਗਿਆ ਰਹਿੰਦਾ, ਪਰਮਾਤਮਾ ਦੇ ਪ੍ਰੇਮ ਰੰਗ ਵਿੱਚ। ਬ੍ਰਹਮ ਮੈਂ ਜਨ ਮਹਿ ਪਾਰ ਬ੍ਰਹਮ, ਏਕੇ ਆਪ ਨਹੀਂ ਕਛ ਪਰਮ। ਕਹਿੰਦੇ ਉਹ ਸਤਿਗੁਰੂ ਜੋ ਭਗਤ ਰੂਪ ਦੇ ਵਿੱਚ ਪਰਮਾਤਮਾ ਦੇ ਵਿੱਚ ਸਮਾਇਆ ਰਹਿੰਦਾ। ਫਿਰ ਕਹਿੰਦੇ ਪਰਮਾਤਮਾ ਆਪਣੇ ਉਸ ਭਗਤ ਦੇ ਵਿੱਚ ਸਮਾਇਆ ਰਹਿੰਦਾ, ਉਹਨਾਂ ਦੋਨਾਂ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ, ਉਹ ਇੱਕ ਸਰੂਪ ਬਣ ਜਾਂਦੇ ਨੇ। ਸਹਿਸ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਵਡਭਾਗੀ ਪਾਈਐ। ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਦਾ ਗੁਰੂ ਜਿਹੜਾ 8 ਪਹਿਰ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ, ਸਾਰਿਆਂ ਖਜ਼ਾਨਾਂ ਦਾ ਦਾਤਾ, ਕਹਿੰਦੇ ਆਪਣੀਆਂ ਕਿਸੇ ਸਿਆਣਪਾਂ ਚਤੁਰਾਈਆਂ ਨਾਲ ਨਹੀਂ ਪਾਇਆ ਜਾ ਸਕਦਾ, ਵੱਡੇ ਭਾਗਾਂ ਦੇ ਨਾਲ ਇਸ ਤਰ੍ਹਾਂ ਦਾ ਗੁਰੂ ਪਾ ਹੁੰਦਾ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਉਸ ਗੁਰੂ ਦਾ ਦਰਸ਼ਨ ਸਫਲ ਹੈ, ਜੀਵਨ ਸਫਲ ਹੋ ਜਾਂਦਾ, ਉਹਦਾ ਦਰਸ਼ਨ ਕਰਿਆ ਜੀਵ ਪਵਿੱਤਰ ਹੋ ਜਾਂਦਾ, ਉਹਦੇ ਚਰਨ ਛੂਹ ਪ੍ਰਾਪਤ ਕਰਿਆ ਜੀਵ ਦੀ ਉੱਚੀ ਅਵਸਥਾ ਬਣ ਜਾਂਦੀ ਹੈ ਤੇ ਜੀਵਨ ਦੀ ਨਿਰਮਲ ਜੁਗਤ ਬਣ ਜਾਂਦੀ ਹੈ, ਪਵਿੱਤਰ ਜੀਵਨ ਮਰਿਆਦਾ ਬਣ ਜਾਂਦੀ ਹੈ ਜੀਵ ਦੀ ਐਸੇ ਗੁਰੂ ਦੇ ਦਰਸ਼ਨ ਕਰਨ ਨਾਲ। ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ। ਕਹਿੰਦੇ ਉਸ ਗੁਰੂ ਦੀ ਸੰਗਤ ਦੇ ਵਿੱਚ ਜੀਵ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਸੁਨ ਕਰ ਬਚਨ ਕਰਨ ਆਘਾਨੈ, ਮਨ ਸੰਤੋਖ ਆਤਮ ਪਤੀ ਆਨੈ। ਕਹਿੰਦੇ ਉਸ ਗੁਰੂ ਦੇ ਬਚਨ ਸੁਣ ਕੇ ਜੀਵ ਦੇ ਕੰਨ ਕਹਿੰਦੇ ਤ੍ਰਿਪਤ ਹੋ ਜਾਂਦੇ ਨੇ, ਮਨ ਸੰਤੋਖ ਵਿੱਚ ਆ ਜਾਂਦਾ ਤੇ ਆਤਮਾ ਪਤੀਜ ਜਾਂਦੀ ਹੈ। ਪੂਰਾ ਗੁਰੂ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਕਹਿੰਦੇ ਉਸ ਪੂਰੇ ਗੁਰੂ ਦਾ ਕਹਿੰਦੇ ਜਿਹੜਾ ਉਪਦੇਸ਼ ਆ ਉਹ ਅਟੱਲ ਹੈ। ਕਹਿੰਦੇ ਜਿਹੜੀ ਉਹਦੀ ਅਮਰ ਕਰਨ ਵਾਲੀ ਦ੍ਰਿਸ਼ਟੀ ਆ, ਜਿਸ ਜੀਵ ਤੇ ਪੈ ਜਾਂਦੀ ਹੈ ਉਹ ਜੀਵ ਸੰਤ ਬਣ ਜਾਂਦਾ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਕਹਿੰਦੇ ਉਸ ਗੁਰੂ ਦੇ ਗੁਣਾਂ ਦਾ ਅੰਤ ਨਹੀਂ, ਕੀਮਤ ਨਹੀਂ ਪਾਈ ਜਾ ਸਕਦੀ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮਾਤਮਾ ਆਪ ਪ੍ਰਸੰਨਾ, ਉਸ ਨੂੰ ਇਸ ਤਰ੍ਹਾਂ ਦੇ ਗੁਰੂ ਦੇ ਨਾਲ ਪਰਮਾਤਮਾ ਆਪ ਮਿਲਾਉਂਦਾ ਹੈ। ਜਿਹਬਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਬੇਵੇਕ। ਕਹਿੰਦੇ ਉਹ ਸਤਿਪੁਰਖ ਪੂਰਨ ਤੌਰ ਤੇ ਕਹਿੰਦੇ ਪੂਰਾ ਸਿਆਣਾ ਹੈ, ਕਹਿੰਦੇ ਉਹਦੀ ਵਿਵੇਕ ਬੁੱਧੀ ਹੈ, ਕਹਿੰਦੇ ਉਹਦੇ ਮਤਲਬ ਗੁਣ ਇੰਨੇ ਨੇ ਤੇ ਸਾਡੇ ਕੋਲ ਇੱਕ ਜੀਵ ਆ ਕਹਿੰਦੇ ਉਹਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਕਾਹੂ ਬੋਲ ਨ ਪਹੁੰਚਤ ਪ੍ਰਾਨੀ, ਅਗੰਮ ਅਗੋਚਰ ਪ੍ਰਭ ਨਿਰਵਾਨੀ। ਕਹਿੰਦੇ ਪਰਮਾਤਮਾ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਕਿਸੇ ਵੀ ਕਥਨ ਦੇ ਨਾਲ ਪਰਮਾਤਮਾ ਦੇ ਬਾਰੇ ਪੂਰਾ ਦੱਸਿਆ ਨਹੀਂ ਜਾ ਸਕਦਾ। ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ। ਪਰਮਾਤਮਾ ਨੂੰ ਕਹਿੰਦੇ ਨਿਰਾਹਾਰ ਆ, ਭੋਜਨ ਦੀ ਲੋੜ ਨਹੀਂ ਹੈ, ਨਿਰਵੈਰ ਆ, ਕਿਸੇ ਦੇ ਨਾਲ ਵੈਰ ਨਹੀਂ, ਸਦਾ ਸੁੱਖਾਂ ਦਾ ਦਾਤਾ ਹੈ, ਪਰ ਉਹਦੀ ਕਹਿੰਦੇ ਕੀਮਤ ਨਹੀਂ ਪਾਈ ਜਾ ਸਕਦੀ ਉਸ ਦੇ ਗੁਣਾਂ ਦੀ। ਅਨੇਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਕਹਿੰਦੇ ਅਨੇਕਾਂ ਹੀ ਭਗਤ ਪਰਮਾਤਮਾ ਦੀ ਹਰ ਰੋਜ਼ ਪੂਜਾ ਕਰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ, ਉਹਨੂੰ ਨਮਸਕਾਰ ਕਰਦੇ ਨੇ, ਤੇ ਉਹਦੇ ਕਮਲ ਵਰਗੇ ਜਿਹੜੇ ਚਰਨ ਨੇ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ, ਉਹਦੀ ਯਾਦ ਆਪਣੇ ਹਿਰਦੇ 'ਚ ਵਸਾ ਕੇ ਰੱਖਦੇ ਨੇ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੈ। ਨਾਨਕ ਜੀ ਕਹਿੰਦੇ ਨੇ ਮੈਂ ਸਦਾ ਹੀ ਆਪਣੇ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ, ਕਿਉਂਕਿ ਉਸ ਗੁਰੂ ਦੇ ਕਾਰਨ ਮੈਂ ਇਸ ਤਰ੍ਹਾਂ ਦੇ ਪਰਮਾਤਮਾ ਦਾ ਨਾਮ ਜਪਦਾ ਹਾਂ। ਗੁਰੂ ਦੀ ਕਿਰਪਾ ਹੈ ਤਾਂ ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ। ਇਹ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਕਹਿੰਦੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਵਰਗਾ ਰਸ ਕੋਈ ਵਿਰਲਾ ਹੈ ਜੀਵ ਸੇਵਕ ਜੋ ਪਰਮਾਤਮਾ ਦੇ ਨਾਮ ਦਾ ਰਸ ਚੱਖਦਾ ਹੈ, ਔਰ ਜਿਹੜਾ ਇਸ ਅੰਮ੍ਰਿਤ ਰੂਪੀ ਰਸ ਨੂੰ ਪੀਂਦਾ ਹੈ ਫਿਰ ਉਹ ਅਮਰ ਹੋ ਜਾਂਦਾ ਹੈ। ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੇ ਮਨ ਪ੍ਰਗਟੇ ਗੁਣ ਤਾਸ। ਜਿਸ ਜੀਵ ਦੇ ਕਹਿੰਦੇ ਮਨ ਦੇ ਵਿੱਚ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ ਉਹ ਪ੍ਰਗਟ ਹੋ ਜਾਂਦਾ ਹੈ, ਉਹਦਾ ਕਦੇ ਆਤਮਿਕ ਮੌਤ ਨੂੰ ਉਹਨੂੰ ਆਉਂਦੀ, ਉਸ ਜੀਵ ਨੂੰ ਜਿਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਏ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ ਸੇਵਕ ਕੋ ਦੇ। ਕਹਿੰਦੇ ਉਹ ਸੇਵਕ ਅੱਠੇ ਪਹਿਰ ਪਰਮਾਤਮਾ ਦਾ ਨਾਂ ਲੈਂਦੇ ਨੇ ਤੇ ਦੂਜੇ ਸੇਵਕਾਂ ਨੂੰ ਵੀ ਸੱਚਾ ਉਪਦੇਸ਼ ਦਿੰਦੇ ਨੇ ਨਾਮ ਜਪਣ ਦਾ। ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈਂ ਰਾਖੈ ਹਰ ਹਰ ਏਕ। ਜਿਹੜੇ ਸੇਵਕ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਫਿਰ ਕਹਿੰਦੇ ਉਹਨੂੰ ਮੋਹ ਦਾ ਮਾਇਆ ਦਾ ਲੇਪ ਨਹੀਂ ਚੜ੍ਹਦਾ ਹੈਗਾ, ਕਿ ਸਿਰਫ ਉਹ ਉਸ ਪਰਮਾਤਮਾ ਨੂੰ ਇੱਕ ਨੂੰ ਆਪਣੇ ਅੰਦਰ ਹਿਰਦੇ 'ਚ ਵਸਾ ਕੇ ਰੱਖਦਾ ਹੈ। ਅੰਧਕਾਰ ਦੀਪਕ ਪਰਗਾਸੇ, ਨਾਨਕ ਪਰਮ ਮੋਹ ਦੁਖ ਤਹਿ ਤੇ ਨਾਸੇ। ਅੰਧਕਾਰ ਦੀਪਕ ਪਰਗਾਸੇ, ਨਾਨਕ ਪਰਮ ਮੋਹ ਦੁਖ ਤਹਿ ਤੇ ਨਾਸੇ। ਜਿਸ ਜੀਵ ਦੇ ਅੰਦਰ ਕਹਿੰਦੇ ਆਤਮਿਕ ਚਾਨਣ ਦਾ ਪ੍ਰਕਾਸ਼ ਹੋ ਜਾਂਦਾ, ਨਾਨਕ ਜੀ ਕਹਿੰਦੇ ਉਸ ਜੀਵ ਦੇ ਅੰਦਰੋਂ ਸਾਰੇ ਭਰਮ ਮੋਹ ਦੁੱਖ ਸਭ ਕੁਝ ਖਤਮ ਹੋ ਜਾਂਦੇ ਨੇ, ਵਿਕਾਰ। ਤਪਤ ਮਾਹੇ ਠਾੜ ਵਰਤਾਈ, ਆਨੰਦ ਪਿਆ ਦੁੱਖ ਨਾਠੇ ਪਾਈ। ਉਸ ਜੀਵ ਦੇ ਅੰਦਰ ਕਹਿੰਦੇ ਜੋ ਵਿਕਾਰਾਂ ਦੀ ਤਪਸ਼ ਹੁੰਦੀ ਆ ਉਹ ਖਤਮ ਹੋ ਜਾਂਦੀ ਆ, ਸ਼ੀਤਲਤਾ ਵਰਤ ਜਾਂਦੀ ਆ, ਉਹਨੂੰ ਆਨੰਦ ਆ ਜਾਂਦਾ ਤੇ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਕਹਿੰਦੇ ਗੁਰੂ ਦਾ ਸੰਤ ਦਾ ਕਹਿੰਦੇ ਪੂਰਾ ਉਪਦੇਸ਼ ਸੁਣ ਕੇ ਉਸ ਜੀਵ ਦਾ ਜਨਮ ਮਰਨ ਦਾ ਜਿਹੜਾ ਭੈ ਆ ਉਹ ਖਤਮ ਹੋ ਜਾਂਦਾ। ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਦੇਖੈ ਨਸੈ। ਉਸ ਜੀਵ ਦਾ ਡਰ ਖਤਮ ਹੋ ਜਾਂਦਾ, ਉਹ ਨਿਡਰ ਹੋ ਕੇ ਜੀਵਨ ਬਤੀਤ ਕਰਦਾ, ਉਹਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਮਨ ਤੋਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ।
जिसका सातिन किरपा तारी, साध संग जप नाम मुरारी। ਕਹਿੰਦੇ ਜਿਸ ਪਰਮਾਤਮਾ ਦੇ ਅਸੀਂ ਬੱਚੇ ਆ, ਉਸ ਪਰਮਾਤਮਾ ਨੇ ਉਸ ਸੇਵਕ ਤੇ ਕਿਰਪਾ ਕਰੀ, ਕਿਰਪਾ ਕਰਕੇ ਉਹਨੂੰ ਸਾਧੂ ਦੇ ਨਾਲ ਮਿਲਾ ਦਿੱਤਾ। ਫਿਰ ਉਹ ਜੀਵ ਸਾਧ ਦੀ ਸੰਗਤ ਵਿੱਚ ਉਸ ਪਰਮਾਤਮਾ ਦਾ ਨਾਮ ਜਪਦਾ ਹੈ। ਥਿਤ ਪਾਈ ਚੂਕੈ ਪਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ। ਫਿਰ ਜਿਸ ਜੀਵ ਨੇ ਕਹਿੰਦੇ ਪਰਮਾਤਮਾ ਦਾ ਜਸ ਸੁਣਿਆ ਕੰਨਾਂ ਰਾਹੀਂ, ਫਿਰ ਕਹਿੰਦੇ ਉਹਨੇ ਅਟੱਲ ਥਾਂ ਪਾ ਲਈ ਹੈ, ਉਹਨੇ ਆਪਣੇ ਨਿਜ ਦੇ ਘਰ ਵਿੱਚ ਵਾਸਾ ਪਾ ਲਿਆ, ਉਹਦਾ ਆਵਾਗਮਨ ਦਾ ਚੱਕਰ ਖਤਮ ਹੋ ਗਿਆ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰ ਜਿਨ ਸਗਲੀ ਮੋਹੀ। ਕਹਿੰਦੇ ਪਰਮਾਤਮਾ ਸੰਸਾਰ ਦੇ ਵਿੱਚ ਨਿਰਗੁਣ ਸਰੂਪ ਵਿੱਚ, ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਸਰੂਪ ਵਿੱਚ ਵੀ ਆਪ ਹੀ ਹੈ, ਅਤੇ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਰਾਹੀਂ ਜਗਤ ਦੇ ਵਿੱਚ ਸਰਗੁਣ ਸਰੂਪ ਵਿੱਚ ਵੀ ਆਪ ਹੀ ਹੈ। ਦੋਨਾਂ ਸਰੂਪਾਂ ਵਿੱਚ ਆਪ ਹੀ ਪਰਮਾਤਮਾ ਵਿਆਪਕ ਹੈ। ਕਹਿੰਦੇ ਉਹ ਪਰਮਾਤਮਾ ਜਿਹਨੇ ਆਪਣੀ ਤਾਕਤ ਸ਼ਕਤੀ ਸੰਸਾਰ ਵਿੱਚ ਰੱਖ ਕੇ ਸੰਸਾਰ ਨੂੰ ਮੋਹਿਆ ਹੋਇਆ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਪਰਮਾਤਮਾ ਆਪਣੇ ਕੌਤਕ ਆਪ ਹੀ ਰਚਾਉਂਦਾ ਹੈ ਅਤੇ ਆਪਣੀ ਜੋ ਕੀਮਤ ਹੈ, ਆਪਣੀ ਕਦਰ ਹੈ, ਆਪ ਹੀ ਜਾਣਦਾ ਹੈ, ਕਿਉਂਕਿ ਜੀਵ ਉਹਦੇ ਪੂਰੇ ਗੁਣਾਂ ਨੂੰ ਕਥਨ ਨਹੀਂ ਕਰ ਸਕਦੇ। ਹਰ ਬਿਨ ਦੂਜਾ ਨਾਹੀਂ ਕੋਏ, ਸਰਬ ਨਿਰੰਤਰ ਏਕੋ ਸੋਏ। ਸਾਰੀਆਂ ਜਗ੍ਹਾ ਦੇ ਵਿੱਚ ਪਰਸਪਰ ਤੌਰ 'ਤੇ ਲਗਾਤਾਰ ਪਰਮਾਤਮਾ ਹੀ ਵਿਆਪਕ ਹੈ। ਉਹਦੇ ਤੋਂ ਬਿਨਾਂ ਉਹਦੇ ਬਰਾਬਰ ਦਾ ਹੋਰ ਦੂਜਾ ਕੋਈ ਦੁਨੀਆ ਵਿੱਚ ਨਹੀਂ ਹੈ। ਓਤ ਪੋਤ ਰਵਿਆ ਰੂਪ ਰੰਗ, ਪੈ ਪਰਗਾਸ ਸਾਧ ਕੈ ਸੰਗ। ਕਹਿੰਦੇ ਪਰਮਾਤਮਾ ਆਪਣੀ ਰਚਨਾ ਦੇ ਵਿੱਚ ਤਾਣੇ ਪੇਟੇ ਵਾਂਗੂ ਅਲੱਗ ਅਲੱਗ ਰੂਪਾਂ ਦੇ ਵਿੱਚ ਲਿਪਟਿਆ ਹੋਇਆ ਹੈ। ਕਹਿੰਦੇ ਇਸ ਚੀਜ਼ ਦਾ ਗਿਆਨ ਜੀਵ ਨੂੰ ਸਾਧ ਦੀ, ਗੁਰੂ ਦੀ ਸੰਗਤ ਵਿੱਚ ਰਿਹਾ ਫਿਰ ਹੁੰਦਾ ਹੈ, ਫਿਰ ਪਤਾ ਲੱਗਦਾ ਹੈ ਕਿ ਪਰਮਾਤਮਾ ਕਿਸ ਤਰ੍ਹਾਂ ਸੰਸਾਰ ਵਿੱਚ ਵਿਆਪਕ ਹੈ। ਰਚ ਰਚਨਾ ਆਪਣੀ ਕਲ ਤਾਰੀ, ਅਨੇਕ ਵਾਰ ਨਾਨਕ ਬਲਿਹਾਰੀ। ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਜਿਹਨੇ ਆਪਣੀ ਸੰਸਾਰ ਦੀ ਰਚਨਾ ਰਚ ਕੇ ਇਹਦੇ ਵਿੱਚ ਆਪਣੀ ਸ਼ਕਤੀ ਰੱਖੀ ਹੋਈ ਹੈ, ਜਿਸ ਦੇ ਆਸਰੇ 'ਤੇ ਸਾਰਾ ਸੰਸਾਰ ਚੱਲ ਰਿਹਾ ਹੈ। ਕਹਿੰਦੇ ਮੈਂ ਉਸ ਪਰਮਾਤਮਾ ਤੋਂ ਬਾਰੰਬਾਰ ਸਦਕੇ ਹਾਂ, ਬਲਿਹਾਰੇ ਹਾਂ ਉਸ ਪਰਮਾਤਮਾ ਤੋਂ। ਕਹਿੰਦੇ ਵਾਹਿਗੁਰੂ ਜੀ, ਵਾਹਿਗੁਰੂ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਪਰਮਾਤਮਾ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ।